वाहेगुरु जी का खालसा वाहेगुरु जी की फतेह। सतनाम श्री वाहेगुरु साहिब जियो। राग गोंड बाणी नाम देव जी की। घर पहला एक ओंकार सतगुर प्रसाद। असमेद जग ने तुला पुरख दाने। प्राग इस नाने असमेद जग ने तुला पुरख दाने। प्राग इस नाने तो ना पूजै हर कीरत नामा। अपने रामै भज रे मन आलसिया। रहाव गया पिंड परता। बनारस आस वसता। मुख वेद चतुर पढ़ता। सगल धर्म अछता। गुर ज्ञान इंद्री दृढ़ता। खट कर्म सहत रहता। शिवा सगत संवादं। मन छोड़ छोड़ सगल भेदं। सिमर सिमर गोविंदं। भज नामा तरस भाव सिदं। शिवा सकत संवादं। मन छोड़ छोड़ सगल भेदं। सिमर सिमर गोविंदं। भज नामा तरस भाव सिदं। वाहेगुरु जी का खालसा वाहेगुरु जी की फतेह। परम सत्कार जोग गुरु की साजी निवाजी साध संगत जियो। आप जी धन तादे जोग हो जो कि आप जी ने आज दे
ਇਹ ਪਾਵਨ ਅੰਮ੍ਰਿਤਮਈ ਬਚਨ ਸਤਿਗੁਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੋਂ ਅੰਮ੍ਰਿਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਹਾਜ਼ਰਾ ਹਜੂਰ ਗੱਦੀ ਤੇ ਸੁਭਾਈਮਾਨ ਸਤਿਗੁਰੂ ਪਾਤਸ਼ਾਹ ਜੀ ਨੇ ਸੋਹਣੇ ਸਿੰਘਾਸਣ ਤੇ ਸੁਭਾਈਮਾਨ ਪ੍ਰਕਾਸ਼ਵਾਨ ਹੋ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਅੰਮ੍ਰਿਤ ਵੇਲੇ ਅੰਮ੍ਰਿਤਮਈ ਬਚਨਾਂ ਦੀ ਜੋ ਦਾਤ ਬਖਸ਼ਿਸ਼ ਕੀਤੀ, ਸੋ ਆਪ ਸਮੂਹ ਸਾਧ ਸੰਗਤ ਨੇ ਇਨ੍ਹਾਂ ਪਾਵਨ ਬਚਨਾਂ ਨੂੰ ਸਰਵਣ ਕਰਕੇ ਆਪਣੇ ਜੀਵਨ ਸਫਲ ਕੀਤੇ ਹਨ। ਸਤਿਗੁਰ ਪਾਤਸ਼ਾਹ ਜੀ ਨੇ ਸਮੁੱਚੇ ਜਗਤ, ਸਮੁੱਚੀ ਲੋਕ ਭਲਾਈ ਅਤੇ ਸਮੁੱਚੇ ਸੰਸਾਰ ਦੇ ਲਈ ਪਾਵਨ ਇਹ ਮੁਖਵਾਕ ਬਖਸ਼ਿਸ਼ ਕੀਤੇ ਹਨ। ਆਓ ਸਾਧ ਸੰਗਤ ਜੀਓ, ਆਪਾਂ ਸਾਰੇ ਹੀ ਆਪੋ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ। ਪਾਤਸ਼ਾਹ ਜੀ ਬਾਣੀ ਵਿੱਚ ਬੜਾ ਸੋਹਣਾ ਫਰਮਾਨ ਕਰਦੇ ਨੇ, ਮਨ ਕੀ ਮਨ ਹੀ ਮਾਏ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਕਿਤੇ ਸਾਡੀ ਇਹੋ ਜੀ ਅਵਸਥਾ ਨਾ ਹੋ ਜਾਵੇ ਕਿ ਸਾਡੀ ਇਹ ਮਨ ਦੇ ਵਿੱਚ ਹੀ ਖੁਆਇਸ਼ ਰਹਿ ਜਾਵੇ ਗੁਰੂ ਨੂੰ ਮਿਲਣ ਦੀ ਅਤੇ ਗੁਰੂ ਵਾਲੇ ਬਣਨ ਦੀ। ਕਿਉਂਕਿ ਸਾਧ ਸੰਗਤ ਜੋ ਇਨਸਾਨ ਚੰਗੇ ਕੰਮਾਂ ਨੂੰ ਅੱਗੇ ਅੱਗੇ ਵਧਾਈ ਜਾਂਦਾ ਹੈ, ਕਰ ਲਵਾਂਗੇ, ਲੇਕਿਨ ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ, ਭਲਿਆ ਪਤਾ ਨਹੀਂ ਕਿਸ ਵੇਲੇ ਉਸ ਮਾਲਕ ਦਾ ਤੈਨੂੰ ਸੱਦਾ, ਤੈਨੂੰ ਹੁਕਮ ਆ ਜਾਣਾ ਹੈ ਤੇ ਤੈਨੂੰ ਇਹ ਸੰਸਾਰ ਛੱਡ ਕੇ ਜਾਣਾ ਪੈਣਾ। ਇਸ ਦੇ ਵਿੱਚ ਕੋਈ ਦੋ ਰਹਿ ਨਹੀਂ ਹਨ। ਜਿਸ ਜੀਵਨ ਨੂੰ ਅਸੀਂ ਸਤ ਕਰਕੇ ਮੰਨੀ ਬੈਠੇ ਹਾਂ, ਜਿਸ ਸੰਸਾਰ ਨੂੰ ਅਸੀਂ ਸਤ ਕਰਕੇ ਮੰਨੀ ਬੈਠੇ ਹਾਂ, ਇਹ ਹਕੀਕਤ ਹੈ ਸਾਧ ਸੰਗਤ ਜੋ ਇੱਕ ਨਾ ਇੱਕ ਦਿਨ ਸਾਨੂੰ ਇਹ ਸੰਸਾਰ, ਇਹ ਮਿੱਟੀ ਦਾ ਬਣਿਆ ਹੋਇਆ ਪੰਜ ਪੂਤਕਾਂ ਦਾ ਸਰੀਰ ਛੱਡ ਕੇ ਜਾਣਾ ਪੈਣਾ ਹੈ। ਲੇਕਿਨ ਇਨਸਾਨ ਨੂੰ ਸਾਰਾ ਕੁਝ ਸੋਝੀ ਸਮਝ ਹੁੰਦਿਆਂ ਹੋਇਆਂ ਵੀ ਇਹ ਗੁਰੂ ਵਾਲਾ ਹਲੇ ਤਿਕਰ ਨਹੀਂ ਬਣਿਆ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਜੇ ਕੋਈ ਚੰਗਾ ਕੰਮ ਹੋਵੇ ਤੇ ਉਸ ਨੂੰ ਟਾਈਮ ਨਹੀਂ ਲਾਣਾ ਚਾਹੀਦਾ, ਉਸੇ ਵੇਲੇ ਕਰ ਲੈਣਾ ਚਾਹੀਦਾ। ਜੇ ਕੋਈ ਮਨ ਦੇ ਵਿੱਚ ਮਾੜਾ ਖਿਆਲ ਹੈ ਤੇ ਉਸ ਨੂੰ ਸਾਨੂੰ ਟਾਲਣਾ ਚਾਹੀਦਾ। ਕੀ ਪਤਾ ਗੁਰੂ ਸਾਡੇ ਤੇ ਰਹਿਮਤ ਕਰ ਦੇਣ, ਬਖਸ਼ਿਸ਼ ਕਰ ਦੇਣ, ਉਹ ਜਿਹੜੇ ਸਾਡੇ ਮਾੜੇ ਖਿਆਲਾਤ ਸਨ ਉਹ ਸਾਡੇ ਮਾੜੇ ਖਿਆਲਾਤ ਬਦਲ ਜਾਣ, ਅਸੀਂ ਉਹ ਕਰਮ ਉਹ ਪਾਪ ਨਾ ਕਰੀਏ। ਲੇਕਿਨ ਸਤਿਗੁਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਾਈ ਚੰਗੇ ਕੰਮ ਨੂੰ ਤੂੰ ਸਮਾਂ ਨਾ ਲਾ। ਸੋ ਗੁਰੂ ਪਾਤਸ਼ਾਹ ਜੀ ਸਾਨੂੰ ਇਸ ਪਾਵਨ ਮੁਖਵਾਕ ਦੇ ਵਿੱਚ ਇਹ ਸਮਝਾਵਨਾ ਕਰ ਰਹੇ ਹਨ ਕਿ ਭਾਈ ਅਸੀਂ ਉਸ ਮਾਲਕ, ਉਸ ਗੋਬਿੰਦ ਦਾ ਜੇ ਸਿਮਰਨ ਕਰਾਂਗੇ, ਉਸ ਪਰਮੇਸ਼ਰ ਦੇ ਨਾਮ ਨਾਲ ਜੁੜਾਂਗੇ। ਇੱਥੇ ਸਾਧ ਸੰਗਤ ਜੋ ਇਹ ਵੀ ਗੱਲ ਹਕੀਕਤ ਹੈ, ਤਿੰਨ ਚੀਜ਼ਾਂ ਪੱਲੇ ਹੋਵਣ ਤਾਂ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੇ ਨਾਮ ਨਾਲ ਜੁੜਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤੇ ਸਰੀਰ ਤੰਦਰੁਸਤ ਹੋਵੇ, ਉਸ ਤੋਂ ਬਾਅਦ ਸਰੀਰ ਆਲਸ ਨਾ ਕਰੇ। ਤੀਸਰੀ ਗੱਲ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਲਿਆ
तेरी सियाणप भी उच्ची ते सुच्ची होनी चाहिए है। तेरे कोल ये 3 गुण होणगे ते तू परमात्मा दा सिमरन कर सकेगा। क्यों? क्योंकि साध संगत जो जे शरीर साडा साथ नहीं दिंदा, जिमें भगत भीखण जी बाणी विच उदाहरण दे के समझा रहे, नैनो नीर वह तन खीना, भये केस दुध बानी, रूदा कंठ शब्द नहीं उचरै, अब क्या करे प्राणी। जे साडी इहो जी अवस्था है, शरीर साडा साथ नहीं दे रहा, नैन साडे साथ नहीं दे रहे, गला साडा साथ नहीं दे रहा, बोलिया जा नहीं रहा, ते परमात्मा दा सिमरन किवें करांगे। पहली गल शरीर साडा तंदुरुस्त होवे। दूसरी गल साध संग जो कई बारी मन शरीर आलस कर जाता है, आलस करन दे नाल साडे तो अमृत वेला खुंझ जाता है। उस तो बाद साडी उच्ची सुच्ची मत होनी चाहिए है। गुरु जे साडे ते मेहर साडे ते बख्शिश करन, ये मत तां सानू प्राप्त हुंदी है। साध संगत जीओ, जे कई बारी इंसान अपने आप नूं चतुर सियाणा खवाउंदा है, ते इस करके कई बारी साडी सुरती, कई बारी साडी सियाणप काम नहीं करदी। शरीर करके असी कर्म कर सकते हैं, लेकिन सुरत करके परमात्मा नूं प्राप्त कर सकते हैं। सो आओ साध संगत जो आपां सारियां ने मन बिरतियां नूं इकागर करना है। सुरत नूं सतगुरु साहिब श्री गुरु ग्रंथ साहिब महाराज जी दे पावन चरना कमलां विच टिकाउणा है, ताकि सुरत करके ही असी परमात्मा नूं पा सकते हैं। शरीर करके नहीं, सुरत करके गुरु नूं मिलिया जा सकता है। सुरत करके गुरु शब्द दे नाल ध्यान जोड़िया जा सकता है। ते आपां सुरत नूं ही टिकाउणा है गुरु पातशाह दे चरनां विच। उस तो बाद आओ साध संगत जी इन्हां पावन बचनां दी विचार नाल सांझ करिए। अज दे ए पावन अमृतमई बचन धन धन साहिब श्री गुरु ग्रंथ साहिब जी महाराज जी दे पावन अंग 873 ते सुभाएमान हन। सारे एक बारी करो जी रसना नूं पवित्र आखो जी। सतनाम श्री वाहिगुरु साहिब जीओ। राग गोंड बाणी नाम देव जी की। घर पहला एक ओंकार सतगुर प्रसाद। साध संगत जीओ, राग गोंड दे विच श्रोमणी भगत नामदेव जी महाराज अपने पावन रसना तो इन्हां पावन वचनां नूं उचारण करदियां होइयां जीवां नूं समझावना करदे ने। घर पहला भाव पहले घर दे विच गाउण दी इजाजत कीती गई है। एक ओंकार सतगुर प्रसाद। इत्थे संखेप दे विच उस मालक, उस निरंकार, उस वाहिगुरु दा मंगल उचारण करदियां होया भगत जी सानू समझा रहे ने, भाई ओ परमात्मा एक है, उस दे रूप, उस दे नाम अनेकां हन। लेकिन जे तू उस एक नूं मिलना चाहुंदा है ते पहले तू गुरु वाला बन। उस तो बाद तू गुरु ग्रंथ साहिब महाराज जी दे चरना कमलों का ओट आसरा लै। शब्द नूं सुरत नाल जोड़न दा यतन कर। जदों तेरी सुरत शब्द नाल जुड़ेगी तैनूं समझ आ जाएगी कि मैं एक नूं किवें प्राप्त करना है। आसमेद जग ने तुला पुरख दाने, प्राग इस नाने। इत्थे सानू भगत जी फरमान करदे ने, जे कोई मनुख असमेद जग करे अपने नाल
ਅਸਮੇਧ ਜਗ ਨੇ, ਭਾਵ ਪੁਰਾਤਨ ਸਮੇਂ ਦੇ ਵਿੱਚ ਅਸਮੇਧ ਜਗ ਜਦੋਂ ਵੱਡੇ ਵੱਡੇ ਰਾਜੇ ਸੂਰਵੀਰ ਯੋਧੇ ਕਰਵਾਇਆ ਕਰਦੇ ਸਨ, ਤੇ ਸਾਧ ਸੰਗਤ ਜੀ ਉਹ ਘੋੜਾ ਸਜਾ ਕੇ ਸਿੰਗਾਰ ਕੇ ਤੋਰ ਦਿੰਦੇ ਸਨ। ਜੇ ਕੋਈ ਉਸ ਘੋੜੇ ਨੂੰ ਫੜਦਾ ਸੀ ਤੇ ਉਸ ਨਾਲ ਫਿਰ ਜੰਗ ਕੀਤੀ ਜਾਂਦੀ ਸੀ। ਜੰਗ ਕਰਨ ਤੋਂ ਬਾਅਦ ਆਪਣੇ ਆਪ ਨੂੰ ਬਲਵਾਨ ਦੱਸਣ ਦਾ ਇਹ ਪੁਰਾਤਨ ਤਰੀਕਾ ਸੀ। ਉਸ ਤੋਂ ਬਾਅਦ ਇਹ ਰਾਜੇ ਅਸਮੇਧ ਜਗ ਕਰਵਾਇਆ ਕਰਦੇ ਸਨ। ਲੇਕਿਨ ਇੱਥੇ ਭਗਤ ਜੀ ਫਰਮਾਨ ਕਰਦੇ ਨੇ, ਭਾਈ ਜੇ ਤੂੰ ਅਸਮੇਧ ਜਗ ਵੀ ਕਰਾ ਲਵੇਂ, ਇੱਥੋਂ ਤਿੱਕਰ ਨਹੀਂ, ਤੁਲਾ ਪੁਰਖ ਦਾਨੇ, ਭਾਵ ਜੇ ਕਿਤੇ ਤੂੰ ਆਪਣੇ ਬਰਾਬਰ ਸੋਨਾ ਤੋਲ ਕੇ, ਚਾਂਦੀ ਤੋਲ ਕੇ ਆਦਿਕ ਦਾਨ ਕਰੇ ਅਤੇ ਪ੍ਰਾਗ ਇਸ਼ਨਾਨੇ, ਪ੍ਰਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰੇ। ਜਿਵੇਂ ਭਗਤ ਜੀ ਫਰਮਾਨ ਕਰਦੇ ਨੇ, ਇਲਾਹਾਬਾਦ ਦੇ ਵਿੱਚ ਸੰਗਮ ਹੈ 3 ਦਰਿਆਂ ਦਾ, ਗੰਗਾ, ਜਮਨਾ, ਸਰਸਵਤੀ। ਜੇ ਇਨਸਾਨ ਉਹਨਾਂ ਤੇ ਜਾ ਕੇ ਵੀ ਇਸ਼ਨਾਨ ਕਰ ਲਵੇ ਨਾ, ਤਿੰਨਾਂ ਦੇ ਸੰਗਮ ਦੇ ਵਿੱਚ, ਉਸ ਧਾਰ ਦੇ ਵਿੱਚ ਇਸ਼ਨਾਨ ਕਰ ਲਵੇ, ਲੇਕਿਨ ਇਹ ਜਾਣ ਲਵੇ ਕਿ ਮੈਂ ਹੁਣ ਪਰਮਾਤਮਾ ਨੂੰ ਪਾ ਲਿਆ, ਪਰਮਾਤਮਾ ਨੂੰ ਪਾ ਸਕਦਾ ਹਾਂ, ਤੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਭਗਤ ਜੀ ਭਾਈ ਇਹ ਸਾਡੇ ਮਨ ਦੀ ਮੂਰਖਤਾ ਹੋਣੀ ਹੈ। ਕਿਉਂ? ਕਿਉਂਕਿ ਉਸ ਪਰਮਾਤਮਾ ਦੇ ਨਾਮ ਦਾ ਕੋਈ ਸਾਨੀ ਸੰਸਾਰ ਵਿੱਚ ਨਹੀਂ। ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ, ਭਾਵ ਤੂੰ ਆਪਣੇ ਬਰਾਬਰ ਸੋਨਾ ਤੋਲ, ਚਾਂਦੀ ਤੋਲ, ਜਾਂ ਹੋਰ ਹੀਰੇ ਮੋਤੀ ਜਵਾਹਰ ਵੀ ਦਾਨ ਕਰ ਦਵੇਂ ਨਾ, ਤਾਂ ਵੀ ਪਰਮਾਤਮਾ ਦੇ ਨਾਮ ਤਿਕਰ ਨਹੀਂ ਪੁੱਜ ਸਕਦਾ। ਤਉ ਨਾ ਪੂਜੈ ਹਰ ਕੀਰਤ ਨਾਮਾ, ਆਪਣੇ ਰਾਮੈ ਭਾਜ ਰੇ ਮਨ ਆਲਸੀਆ। ਸਾਧ ਸੰਗਤ ਜੋ ਇਸ ਪਾਵਨ ਮੁਖਵਾਗ ਦੀਆਂ ਇਹ ਬੰਦ ਦੀਆਂ ਭਾਵ ਕੇਂਦਰ ਭਾਵ ਸਤਿਗੁਰ ਪਾਤਸ਼ਾਹ ਜੀ ਰਾਹੋ ਦੀਆਂ ਪੰਕਤੀਆਂ ਵਿੱਚ ਸਾਨੂੰ ਸਮਝਾ ਰਹੇ ਹਨ। ਤਉ ਨਾ ਪੂਜੈ ਹੈ ਹਰ ਕੀਰਤ ਨਾਮਾ, ਆਪਣੇ ਰਾਮੈ ਭਜ ਰੇ ਮਨ ਆਲਸੀਆ। ਤੂੰ ਵੀ ਇਹ ਸਾਰੇ ਕਰਮ ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫਤ ਸਲਾਹ ਦੀ ਬਰਾਬਰੀ ਕਰ ਨਹੀਂ ਸਕਦੇ। ਭਗਤ ਜੀ ਫਰਮਾਨ ਕਰਦੇ ਨੇ, ਭਾਈ ਤਾਂ ਵੀ ਇਹ ਸਾਰੇ ਜਿਹੜੇ ਕਰਮ ਕਾਂਡ ਹਨ ਨਾ, ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫਤ ਸਲਾਹ ਦੀ ਬਰਾਬਰੀ ਨਹੀਂ ਕਰ ਸਕਦੇ। ਸੋ ਹੈ ਮੇਰੇ ਆਲਸੀ ਮਨ, ਆਪਣੇ ਪਿਆਰੇ ਪ੍ਰਭੂ ਨੂੰ ਤੂੰ ਸਿਮਰਿਆ ਕਰ। ਉਸ ਮਾਲਕ, ਉਸ ਪਰਮਾਤਮਾ ਦਾ ਜਸ, ਉਸ ਮਾਲਕ ਦੇ ਨਾਮ ਨਾਲ ਜੁੜਿਆ ਕਰ। ਸਾਧ ਸੰਗਤ ਜੋ ਇਹ ਗੱਲ ਹਕੀਕਤ ਹੈ, ਜੇ ਅਸੀਂ ਸੰਧਿਆ ਵੇਲੇ ਸੌਣ ਤੋਂ ਪਹਿਲਾਂ ਕੀਰਤਨ ਸੋਲੇ ਦੇ ਪਾਠ ਕਰਨ ਤੋਂ ਉਪਰੰਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਕੇ ਜੇ ਅਰਦਾਸ ਬੇਨਤੀ ਕਰਾਂਗੇ ਨਾ, ਤੇ ਗੁਰੂ ਨੇ ਸਾਡੇ ਤੇ ਜ਼ਰੂਰ ਕਿਰਪਾ ਕਰ ਦੇਣੀ ਹੈ। ਸਾਡਾ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਸਾਡੇ ਤੋਂ ਖੁੰਝ ਨਹੀਂ ਸਕਦਾ। ਅੰਮ੍ਰਿਤ ਵੇਲਾ ਸਾਡਾ ਕਦੇ ਬੇਕਾਰ ਨਹੀਂ ਜਾ ਸਕਦਾ। ਅੰਮ੍ਰਿਤ ਵੇਲਾ ਅਸੀਂ ਸੰਭਾਲ ਸਕਦੇ ਹਾਂ ਜੇ ਕਿਤੇ ਅਸੀਂ ਉਸ ਮਾਲਕ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲੈ ਕੇ ਰਾਤ ਨੂੰ ਆਰਾਮ ਕਰੀਏ, ਤੇ ਸਾਧ ਸੰਗਤ ਜੋ ਉਹ ਅੰਮ੍ਰਿਤ ਵੇਲਾ ਅਸੀਂ ਸਾਂਭ ਸਕਦੇ ਹਾਂ। ਸਾਡਾ ਮਨ ਆਲਸ ਕੋਈ ਕਰਮ ਹੋਵੇ,
ਚੰਗਾ ਕੰਮ ਕਰਨਾ ਹੋਵੇ ਤੇ ਮਨ ਆਲਸੀ ਬਣ ਜਾਂਦਾ ਹੈ। ਜੇ ਸਾਡੇ ਅੱਗੇ ਭੁੱਖ ਸਾਨੂੰ ਡਾਢੀ ਲੱਗੀ ਹੋਵੇ, ਲੰਗਰ ਪ੍ਰਸਾਦ ਤਿਆਰ ਹੋਵੇ, ਪ੍ਰਸਾਦਾ ਤਿਆਰ ਹੋਵੇ ਤੇ ਆਪਾਂ ਛੇਤੀ ਆਖਦੇ ਹਾਂ ਭਾਈ ਛੇਤੀ ਦੇ, ਬੜੀ ਜ਼ੋਰ ਦੀ ਭੁੱਖ ਲੱਗੀ, ਉਦੋਂ ਸਾਡਾ ਮਨ ਆਲਸੀ ਨਹੀਂ ਹੁੰਦਾ। ਤਿਆ ਲੱਗੀ ਹੋਵੇ, ਪਾਣੀ ਸਾਹਮਣੇ ਹੋਵੇ ਤੇ ਛੇਤੀ ਨਾਲ ਪਾਣੀ ਪੀਣ ਨੂੰ ਚਿੱਤ ਕਰਦਾ ਹੈ, ਪੀ ਵੀ ਲੈਂਦੇ ਆ, ਉਦੋਂ ਸਾਡਾ ਮਨ ਆਲਸ ਨਹੀਂ ਕਰਦਾ। ਲੇਕਿਨ ਇਹ ਮਨ ਕਿਤੇ ਅਸੀਂ ਧਰਮ ਦਾ ਕੋਈ ਕਰਮ ਕਰਨਾ ਹੋਵੇ, ਆਪਣੀ ਦਸਮੰਦ ਕਿਰਤ ਕਮਾਈ ਚੋਂ ਦਸਮੰਦ ਕੱਢਣਾ ਹੋਵੇ ਤਾਂ ਵੀ ਸਾਡਾ ਮਨ ਆਲਸ ਕਰ ਜਾਂਦਾ ਹੈ। ਪਰਮਾਤਮਾ ਦੀ ਭਜਨ ਬੰਦਗੀ ਵਿੱਚ ਜੁੜਨਾ ਹੋਵੇ ਤਾਂ ਵੀ ਸਾਡਾ ਮਨ ਆਲਸ ਮਾਰ ਜਾਂਦਾ ਹੈ। ਲੇਕਿਨ ਭਗਤ ਜੀ ਫਰਮਾਨ ਕਰਦੇ ਨੇ, ਹੇ ਮੇਰੇ ਆਲਸੀ ਮਨ, ਆਪਣੇ ਪਿਆਰੇ ਪ੍ਰਭੂ ਨੂੰ ਤੂੰ ਸਿਮਰਿਆ ਕਰ। ਆਲਸ ਕਰਨ ਦੇ ਨਾਲ ਤੇਰਾ ਸਮਾਂ ਜਿਹੜਾ ਹੈ, ਤੇਰੇ ਸਵਾਸ ਜਿਹੜੇ ਹਨ ਉਹ ਘਟਦੇ ਜਾ ਰਹੇ ਹਨ, ਤੇਰੀ ਆਯੂ ਘਟਦੀ ਜਾ ਰਹੀ ਹੈ। ਤੂੰ ਇਹਨਾਂ ਸਵਾਸਾਂ ਨੂੰ, ਇਸ ਸਮਾਂ ਨੂੰ ਸਫਲ ਕਰ ਸਕਦਾ ਹੈ, ਲੇਕਿਨ ਕਦੋਂ? ਜਦੋਂ ਤੂੰ ਮਾਲਕ ਦਾ ਸਿਮਰਨ ਕਰੇਗਾ। ਰਹਾਓ ਗਿਆ ਪਿੰਡ ਭਰਤਾ, ਬਨਾਰਸ ਆਸ ਵਸਤਾ, ਮੁਖ ਭੇਦ ਚਤੁਰ ਪੜਤਾ। ਇੱਥੇ ਭਗਤ ਜੀ ਨੇ ਇਹ ਸਾਰੇ ਹੀ ਕਰਮ ਕਾਂਡ ਦੱਸੇ ਹਨ ਤੇ ਇਹਨਾਂ ਕਰਮਾਂ ਕਾਂਡਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਜੇ ਮਨੁੱਖ ਗਿਆ ਤੀਰਥ ਤੇ ਜਾ ਕੇ ਪਿਤਰਾਂ ਦੇ ਨਿਮਿਤ, ਹਿੰਦੂ ਭਰਾ ਅੱਜ ਵੀ ਇਹ ਰੀਤ ਕਰਦੇ ਹਨ, ਇਹ ਸਾਰੇ ਦੁਨੀਆ ਦੇ ਕਰਮ ਕਾਂਡ ਹਨ। ਜੇ ਮਨੁੱਖ ਗਿਆ ਤੀਰਥ ਤੇ ਜਾ ਕੇ ਪਿੱਤਰ ਨਿਯਮਤ ਪਿੰਡ ਭਰਾਏ, ਜੇ ਕਾਸੀ ਦੇ ਨਾਲ ਵਗਦੀ ਅਸ ਨਦੀ ਦੇ ਕੰਢੇ ਇਹ ਇਨਸਾਨ ਆਪਣਾ ਵਸੇਰਾ ਵੀ ਬਣਾ ਲਵੇ, ਜੇ ਇਸ ਮੂੰਹ ਤੋਂ ਚਾਰ ਵੇਦ ਜ਼ੁਬਾਨੀ ਪੜਦਾ ਰਵੇ, ਪੜਦਾ ਹੋਵੇ, ਲੇਕਿਨ ਭਗਤ ਜੀ ਫਰਮਾਨ ਕਰਦੇ ਨੇ, ਭਾਈ ਫਿਰ ਵੀ ਤੂੰ ਉਸ ਮਾਲਕ, ਉਸ ਪਰਮਾਤਮਾ ਦੇ ਨਾਮ ਦੇ ਨਾਲ ਸਾਂਝ ਨਹੀਂ ਕਰ ਸਕਦਾ, ਉਸ ਦੀ ਬਰਾਬਰੀ ਨਹੀਂ ਕਰ ਸਕਦਾ। ਇੰਨਾ ਕੁਝ ਕਰਨ ਤੋਂ ਬਾਅਦ ਇਨਸਾਨ ਆਪਣੇ ਅੰਦਰ ਸਿਰਫ ਹਉਮੈ ਤੇ ਅਹੰਕਾਰ ਨੂੰ ਵਧਾਉਂਦਾ ਰਹਿੰਦਾ ਹੈ, ਇਹ ਭੁਲੇਖੇ ਦੇ ਵਿੱਚ ਕਿ ਮੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ, ਕੋਈ ਵੇਦਾ ਨਹੀਂ, ਕੋਈ ਚਤੁਰ ਨਹੀਂ। ਚਾਰ ਵੇਦ ਵੀ ਪੜ੍ਹ ਲਈਏ, ਲੇਕਿਨ ਸਾਧ ਸੰਗਤ ਜੀਓ, ਉਹਨਾਂ ਵੇਦਾਂ ਦੇ ਪੜ੍ਹਨ ਦੇ ਨਾਲ ਸਾਡੇ ਅੰਦਰ ਅਹੰਕਾਰ ਤੋਂ ਇਲਾਵਾ ਹੋਰ ਕੁਝ ਪੈਦਾ ਨਹੀਂ ਹੋ ਸਕਦਾ। ਸੋ ਭਗਤ ਜੀ ਸਾਨੂੰ ਇਹਨਾਂ ਕਰਮਾਂ ਕਾਂਡਾਂ ਤੋਂ ਬਚਣ ਦੇ ਲਈ ਦਰਸਾ ਰਹੇ ਹਨ ਕਿ ਅਸੀਂ ਜੇ ਗੰਗਾ ਤੇ ਬਨਾਰਸ ਜਾ ਕੇ ਬਸ ਵੀ ਜਾਈਏ, ਜੇ ਮਨ ਵਿੱਚ ਇਹ ਧਾਰ ਲਈਏ ਕਿ ਬਨਾਰਸ ਜਾ ਕੇ ਬਸਣ ਦੇ ਨਾਲ ਅਸੀਂ ਮੁਕਤੀ ਪਾ ਸਕਦੇ ਹਾਂ, ਤੇ ਸਾਧ ਸੰਗਤ ਜੋ ਫਿਰ ਇਹ ਸਾਡੇ ਮਨ ਦਾ ਭੁਲੇਖਾ ਹੈ, ਭਰਮ ਹੈ। ਸਾਗਲ ਧਰਮ ਅਛਤਾ, ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ। ਇੱਥੇ ਵੀ ਕਰਮਾਂ ਕਾਂਡਾਂ ਬਾਰੇ ਭਗਤ ਜੀ ਸਾਨੂੰ ਸਮਝਾ ਰਹੇ ਨੇ। ਜੇ ਮਨੁੱਖ ਸਾਰੇ ਕਰਮ ਧਰਮ ਕਰਦਾ ਹੋਵੇ, ਆਪਣੇ ਗੁਰੂ ਦੀ ਸਿੱਖਿਆ ਲੈ ਕੇ ਇਹਨਾਂ ਪੰਜ ਇੰਦਰੀਆਂ ਸਰੀਰ ਨੂੰ ਕਾਬੂ ਵਿੱਚ ਰੱਖਦਾ ਹੋਵੇ, ਜੇ ਬ੍ਰਾਹਮਣ ਵਾਲੇ 6 ਹੀ ਕਰਮ ਸਦਾ ਕਰਦਾ ਰਹੇ, ਭਗਤ ਜੀ ਫਰਮਾਨ ਕਰਦੇ ਨੇ, ਭਾਈ ਉਹ ਆਪਣੇ ਆਪ ਨੂੰ ਭੁਲੇਖੇ ਵਿੱਚ ਰੱਖ ਰਿਹਾ ਹੈ। ਭਾਵ ਇੰਨਾ ਕੁਝ ਕਰਨ ਤੋਂ ਬਾਅਦ ਸਾਰੇ ਕਰਮ ਧਰਮ ਕਰਦਾ ਇਨਸਾਨ ਜੇ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਤੇ ਉਹ ਕੀਤੇ ਉਸ ਦੇ ਕਰਮ ਧਰਮ ਸਾਰੇ ਵਿਅਰਥ ਹਨ। ਜੇ ਆਪਣੇ ਗੁਰੂ ਦੀ ਸਿੱਖਿਆ ਨੂੰ ਲੈ ਕੇ ਇਹਨਾਂ ਪੰਜਾਂ ਇੰਦਰੀਆਂ ਨੂੰ ਵਸ ਕਰ ਲਵੇ, ਮੌਨ ਧਾਰ ਲਵੇ, ਅੱਖਾਂ ਤੇ ਪੱਟੀ ਬੰਨ ਲਵੇ,
ਕੰਨਾਂ ਵਿੱਚ ਰੂਹ ਪਾ ਲਵੇ, ਹੱਥਾਂ ਪੈਰਾਂ ਨਾਲ ਕੁਝ ਨਾ ਕਰੇ, ਤੇ ਸਤ ਸੰਗ ਜੋ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਇਹ ਫਿਰ ਸਿਰਫ ਇੱਥੋਂ ਤੀਕਰ ਹੀ ਸੀਮਤ ਰਹਿ ਜਾਣਾ ਹੈ। ਉਸ ਨਾਮ ਦੇ ਨਾਲ ਇਹ ਸਾਂਝ ਕਦੇ ਨਹੀਂ ਕਰ ਸਕਦਾ, ਉਸ ਨਾਮ ਨਾਲ ਆਪਣੀ ਬਿਰਤੀ ਨੂੰ ਕਦੇ ਜੋੜ ਨਹੀਂ ਸਕਦਾ। ਸੇਵਾ ਸਕਤ ਸੰਬਾਦੰ ਮਨ ਛੋੜ ਛੋੜ ਸਗਲ ਭੇਦੰ। ਭਗਤ ਜੀ ਇੱਥੇ ਸਾਨੂੰ ਸਮਝਾ ਰਹੇ ਨੇ, ਭਾਈ ਰਾਮਾਇਣ ਆਦਿਕ ਦਾ ਪਾਠ ਹੈ ਮੇਰੇ ਮਨ, ਇਹ ਸਾਰੇ ਕਰਮ ਛੱਡ ਦੇ, ਛੱਡ ਦੇ, ਇਹ ਸਭ ਪ੍ਰਭੂ ਨਾਲੋਂ ਬਿਥ ਪਾਣ ਵਾਲੇ ਹੀ ਹਨ। ਪ੍ਰਭੂ ਦੇ ਨਾਮ ਨਾਲ ਬਰਾਬਰੀ ਨਹੀਂ ਕਰ ਸਕਦੇ ਜੇ ਅਸੀਂ ਸੋਚ ਲਈਏ। ਸਿਵਾ ਸਖਤ ਸੰਬਾਦੰ ਭਾਵ ਮਨ ਛੋੜ ਛੋੜ ਸਗਲ ਭੇਦੰ। ਇਹ ਜਿਹੜੇ ਮਨ ਦੇ ਭਰਮ ਤੇ ਭੁਲੇਖੇ ਹਨ, ਜਿਨ੍ਹਾਂ ਵਿੱਚ ਅਸੀਂ ਪਏ ਹੋਏ ਆ, ਜਦੋਂ ਤੱਕ ਇਹ ਸਾਡੇ ਮਨ ਦੇ ਭੁਲੇਖੇ ਦੂਰ ਨਹੀਂ ਹੋਣਗੇ, ਵਹਿਮਾਂ ਤੋਂ ਅਸੀਂ ਭਰਮਾਂ ਤੋਂ ਬਾਹਰ ਨਹੀਂ ਆਵਾਂਗੇ, ਤੇ ਉਹਨਾਂ ਵਿੱਚ ਹੀ ਉਲਝੇ ਰਵਾਂਗੇ। ਸਿਮਰ ਸਿਮਰ ਗੋਬਿੰਦੰ ਭਜ ਨਾਮਾ ਤਰਸ ਭਾਵ ਸਿਦੰ। ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ, ਭਾਈ ਹੇ ਨਾਮਦੇਵ, ਗੋਬਿੰਦ ਦਾ ਤੂੰ ਭਜਨ ਕਰ, ਪ੍ਰਭੂ ਦਾ ਨਾਮ ਤੂੰ ਸਿਮਰਿਆ ਕਰ। ਨਾਮ ਸਿਮਰਿਆ ਹੀ ਇਸ ਸੰਸਾਰ ਸਮੁੰਦਰ ਤੋਂ ਤੂੰ ਪਾਰ ਲੰਘ ਸਕਦਾ ਹੈ। ਬਾਕੀ ਜਿੰਨੇ ਮਰਜੀ ਤੂੰ ਮਨ ਦੇ ਭਰਮ ਤੇ ਭੁਲੇਖੇ ਪਾਈ ਰੱਖ, ਮਨ ਦੇ ਨਾਲ ਸਰੀਰ ਦੇ ਨਾਲ ਤੂੰ ਜਿੰਨੇ ਕਰਮ ਕਾਂਡ ਕਰਦਾ ਹੈ, ਉਹ ਸਾਰੇ ਹੀ ਤੈਨੂੰ ਭੁਲੇਖਿਆਂ ਵਿੱਚ ਪਾ ਰਹੇ ਹਨ। ਜੇ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪਿਆ, ਜੇ ਗੁਰੂ ਨੇ, ਜੇ ਪਾਤਸ਼ਾਹ ਨੇ ਤੇਰੇ ਤੇ ਮਿਹਰ ਕਰ ਦਿੱਤੀ, ਤੂੰ ਪਰਮਾਤਮਾ ਦੇ ਨਾਮ ਨਾਲ ਆਪਣੀ ਸਾਂਝ, ਆਪਣੀ ਸੁਰਤ ਨੂੰ ਜੋੜ ਲਿਆ, ਤੇ ਇਹ ਸੱਚ ਜਾਣ ਲਈ ਤੂੰ ਕਿ ਤੇਰੇ ਲਈ ਫਿਰ ਹੋਰ ਕੁਝ ਕਰਨ ਦੀ ਲੋੜ ਨਹੀਂ। ਉਸ ਨਾਮ ਨੇ ਹੀ ਤੈਨੂੰ ਇਸ ਭਵ ਸਾਗਰ ਸੰਸਾਰ ਸਮੁੰਦਰ ਤੋਂ ਪਾਰ ਕਰਾ ਦੇਣਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਇਹ ਵੀ ਭਗਤ ਨਾਮਦੇਵ ਜੀ ਦੀ ਬਾਣੀ ਹੈ। ਭਾਈ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਲਈ ਸਾਨੂੰ ਪਰਮਾਤਮਾ ਦੇ ਨਾਮ ਦੀ ਲੋੜ ਹੈ। ਗੁਰੂ ਸ਼ਬਦ ਦੇ ਨਾਲ ਸਾਨੂੰ ਜੁੜਨਾ ਪਵੇਗਾ। ਸਾਧ ਸੰਗਤ ਵਿੱਚ ਆ ਕੇ ਸਾਧ ਸੰਗਤ ਸਾਨੂੰ ਕਰਨੀ ਪਵੇਗੀ। ਜਦੋਂ ਸਾਧ ਸੰਗਤ ਕਰਾਂਗੇ ਤਾਂ ਸਾਡਾ ਇਹ ਭਟਕਦਾ ਵਹਿਮਾਂ ਤੇ ਭਰਮਾਂ ਵਿੱਚ ਫਸਿਆ ਹੋਇਆ ਮਨ ਸਿੱਧੇ ਰਾਹ ਤੁਰ ਪੈਂਦਾ ਹੈ, ਕੁਰਾਏ ਤੋਂ ਬਚ ਜਾਂਦਾ ਹੈ। ਸੋ ਸਾਧ ਸੰਗਤ ਜੋ ਭਗਤ ਨਾਮਦੇਵ ਜੀ ਨੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਸਾਨੂੰ ਇਹ ਸਮਝਾਵਣਾ ਕੀਤਾ ਹੈ ਕਿ ਅਸੀਂ ਕਰਮਾਂ ਕਾਂਡਾਂ ਤੋਂ, ਭਰਮਾਂ ਭੁਲੇਖਿਆਂ ਤੋਂ ਬਚੀਏ ਤੇ ਇੱਕੋ ਇੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਲਈਏ, ਬਾਣੀ ਦਾ ਸਹਾਰਾ ਲੈ ਕੇ ਜੀਵਨ ਵਿੱਚ ਅੱਗੇ ਵਧੀਏ, ਜੀਵਨ ਨੂੰ ਅੱਗੇ ਵਧਾਈਏ, ਤਾਂ ਕਿ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਵੀ ਆਪਣੇ ਨਾਮ ਦੇ ਬੇੜੇ ਵਿੱਚ ਬਿਠਾ ਕੇ ਭਵ ਸਾਗਰ ਤੋਂ ਪਾਰ ਲੰਘਾ ਦੇਣ। ਇਹ ਸਾਰਿਆਂ ਦੀ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਹੈ। ਸੋ ਸਾਧ ਸੰਗਤ ਜੋ ਆਪ ਜੀ ਵੱਡੇ ਭਾਗਾਂ ਵਾਲੇ ਹੋ, ਆਪ ਜੀ ਨੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਕੀਤੀ ਹੈ। ਜੇ ਕਿਸੇ ਵੀ ਮਾਈ ਭਾਈ ਦਾ ਕੋਈ ਚੰਗਾ ਸੁਝਾਅ ਹੋਵੇ, ਜੋ ਦਾਸ ਨਾਲ ਸਾਂਝ ਕਰਨਾ ਚਾਹੁੰਦੇ ਹੋਵੇ, ਕੋਈ ਵੀ ਮੇਰਾ ਵੀਰ ਭੈਣ ਬੀਬੀ, ਕੋਈ ਬਜ਼ੁਰਗ ਜੇ ਦਾਸ ਨਾਲ ਸਾਂਝ ਕਰਨਾ ਚਾਹੁੰਦਾ ਹੋਵੇ ਕਿਸੇ ਵੀ ਪ੍ਰਕਾਰ ਦੀ, ਤਾਂ ਇਹ ਦਾਸ ਦਾ ਇੰਡੀਆ ਦਾ ਨੰਬਰ ਹੈ ਜੀ, ਆਪ ਜੀ ਨੋਟ ਕਰ ਸਕਦੇ ਹੋ। 8750 10 63 75 ਇਸ ਨੰਬਰ ਤੇ ਆਪ ਜੀ ਦਾਸ ਨਾਲ ਸੰਪਰਕ ਕਰ ਸਕਦੇ ਹੋ ਜੀ। ਬੁਲਾਓ ਜੀ, ਫਤਿਹ ਕਰੋ ਜੀ ਰਸਨਾ ਨੂੰ ਪਵਿੱਤਰ। ਬਾਣੀ ਗੁਰੂ ਦੀ ਹੈ, ਬਾਣੀ ਪੱਲੇ ਬੰਨ ਲਿਓ।
ਭੁੱਲਾਂ ਦੱਸਦੀਆਂ ਹਨ। ਭੁੱਲਾਂ ਝੋਲੀ ਪਾ ਦਿਓ ਜੀ, ਕਰੋ ਰਸਨਾ ਨੂੰ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।